250 सीटां वाली एमसीडी ਦੇ ਕਿਸ ਦਾ ਹੋਵੇਗਾ ਕਬਜ਼ਾ ਅੱਜ ਹੋਵੇਗਾ ਫੈਸਲਾ ਥੋੜੀ ਦੇਰ ਦੇ ਵਿੱਚ ਸ਼ੁਰੂ ਹੋਵੇਗੀ ਕਾਊਂਟਿੰਗ ਮੈਲਬੌਰਨ ਦੇ ਵਿੱਚ ਖਾਲਿਸਤਾਨੀ ਝੰਡੇ ਲਹਿਰਾਏ ਜਾਣ ਤੇ ਭਾਰਤ ਨੇ ਜਤਾਇਆ ਵਿਰੋਧ ਆਸਟ੍ਰੇਲੀਆਈ ਸਰਕਾਰ ਦੇ ਅੱਗੇ ਜਤਾਈ ਚਿੰਤਾ ਕਿ ਖਾਲਿਸਤਾਨੀ ਲਹਿਰ ਦਾ ਇਤਿਹਾਸ ਅਤਵਾਦ ਦੇ ਨਾਲ ਜੁੜਿਆ ਹੋਇਆ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਗੁਰਦੁਆਰਾ ਸ਼ਹੀਦਗੰਜ ਨੂੰ ਕੱਟੜਪੰਥੀਆਂ ਨੇ ਜੜਿਆ ਤਾਲਾ ਸਿੱਖ ਭਾਈਚਾਰੇ ਦੇ ਵਿੱਚ ਜ਼ਬਰਦਸਤ ਰੋਸ ਸਰਕਾਰੀ ਦਲ ਨੇ ਭਾਰਤ ਸਰਕਾਰ ਤੋਂ ਕੀਤੀ ਦਖਲ ਦੀ ਮੰਗ ਗੋਲਡੀ ਬਰਾੜ ਨੂੰ ਲੈ ਕੇ ਨਿਊਜ਼ 18 ਤੇ ਵੱਡਾ ਖੁਲਾਸਾ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ FBI ਦੇ ਸਣੇ ਕਈ ਹੋਰ ਏਜੰਸੀਆਂ ਦੀ 24 ਘੰਟੇ ਨਜ਼ਰ ਆਵਾਜਾਈ ਤੇ ਲੱਗੀ ਪਾਬੰਦੀ ਮਾਨਸਾ ਪੁਲਿਸ ਨੇ ਬੱਬੂ ਮਾਨ ਨੂੰ ਭੇਜੇ ਸੰਮਨ ਮਨਕੀ ਰਤੌਲਖ ਅਤੇ ਦਿਲਪ੍ਰੀਤ ਢਿੱਲੋਂ ਨੂੰ ਵੀ ਪੁੱਛਗਿੱਛ ਦੇ ਲਈ ਭੇਜਿਆ ਨੋਟਿਸ ਮੂਸੇਵਾਲਾ ਕਤਲ ਕੇਸ ਦੇ ਵਿੱਚ ਕੀਤੇ ਜਾਣਗੇ ਸਵਾਲ ਜਵਾਬ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਤੇ ਸਖਤ ਹੋਈ ਪੰਜਾਬ ਸਰਕਾਰ ਹੁਣ ਮੈਰਿਜ ਪੈਲਸਾਂ ਦੇ ਬਾਹਰ ਵੀ ਬ੍ਰੈਥ ਐਨਾਲਾਈਜ਼ਰ ਜ਼ਰੀਏ ਚੈਕਿੰਗ ਕਰੇਗੀ ਪੁਲਿਸ ਵਿਆਹਾਂ ਦੇ ਸੀਜ਼ਨ ਦੇ ਵਿੱਚ ਡਰੰਕ ਐਂਡ ਡਰਾਈਵਿੰਗ ਕਰਕੇ ਹੁੰਦੇ ਨੇ ਐਕਸੀਡੈਂਟ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਚੋਰੀ ਹੋਇਆ ਬੱਚਾ ਪੁਲਿਸ ਨੇ ਕੀਤਾ ਬਰਾਮਦ ਦੋਵੇਂ ਮੁਲਜ਼ਮ ਮਹਿਲਾਵਾਂ ਨੂੰ ਕੀਤਾ ਗ੍ਰਿਫਤਾਰ ਨਰਸ ਦੇ ਕੱਪੜਿਆਂ ਦੇ ਵਿੱਚ ਚੁੱਕ ਕੇ ਲੈ ਗਈਆਂ ਸਨ 4 ਦਿਨ ਦਾ ਬੱਚਾ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਮੁਕੱਦਮਾ ਚਲਾਉਣ ਨੂੰ ਮਨਜ਼ੂਰੀ ਸਰਕਾਰ ਨੇ ਵਿਜੀਲੈਂਸ ਨੂੰ ਦਿੱਤੀ ਹਰੀ ਝੰਡੀ ਧਰਮਸੋਤ ਤੇ ਕਥਿਤ ਜੰਗਲਾਤ ਘੁਟਾਲੇ ਦੇ ਨੇ ਇਲਜ਼ਾਮ ਪੰਜਾਬ ਦੇ ਸਾਬਕਾ ਤੇ ਮੌਜੂਦਾ ਸੰਸਦਾ ਵਿਧਾਇਕਾਂ ਦੇ ਖਿਲਾਫ ਮਾਮਲਿਆਂ ਦੀ ਜਾਂਚ ਦੇ ਵਿੱਚ ਪੁਲਿਸ ਨੇ ਦਿਖਾਈ ਤੇਜ਼ੀ 2 ਮਹੀਨਿਆਂ ਦੇ ਵਿੱਚ 23 ਮਾਮਲਿਆਂ ਦੀ ਜਾਂਚ ਕੀਤੀ ਪੂਰੀ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਸਟੇਟਸ ਰਿਪੋਰਟ ਅੱਜ ਪੰਜਾਬ ਭਰ ਦੇ ਵਿੱਚ ਸੰਘਰਸ਼ ਤੇਜ਼ ਕਰਨਗੇ ਕਿਸਾਨ 4 ਘੰਟਿਆਂ ਦੇ ਲਈ ਬੰਦ ਕਰਨਗੇ ਡੀਸੀ ਦਫ਼ਤਰਾਂ ਦੇ ਗੇਟ ਖੇਤੀਬਾੜੀ ਮੰਤਰੀ ਦੇ ਨਾਲ ਅੱਜ 11:30 ਵਜੇ ਚੰਡੀਗੜ੍ਹ 'ਚ ਕਿਸਾਨ ਆਗੂਆਂ ਦੀ ਮੀਟਿੰਗ ਆਨੰਦਪੁਰ ਸਾਹਿਬ ਦੇ ਵਿੱਚ ਸਿੱਖਿਆ ਮੰਤਰੀ ਦੀ ਬੇਰੁਜ਼ਗਾਰ ਅਧਿਆਪਕਾਂ ਦੇ ਨਾਲ ਜ਼ਬਰਦਸਤ ਬਹਿਸ ਪ੍ਰਦਰਸ਼ਨਕਾਰੀਆਂ ਨੇ ਘੇਰੀ ਮੰਤਰੀ ਦੀ ਗੱਡੀ ਤੇ ਗੁੱਸੇ ਦੇ ਵਿੱਚ ਆਏ ਹਰਜੋਤ ਬੈਂਸ ਨੇ ਵੀ ਸੁਣਾਈਆਂ ਖਰੀਆਂ ਸੰਸਦ ਦਾ ਸਰਦ ਰੁੱਤ ਇਜਲਾਸ ਅੱਜ ਤੋਂ ਹੋ ਰਿਹਾ ਸ਼ੁਰੂ ਵਿਰੋਧੀ ਧਿਰਾਂ ਦੇ ਵੱਲੋਂ ਕਈ ਮੁੱਦਿਆਂ ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਅਟਾਰੀ ਵਾਘਾ ਬਾਰਡਰ ਤੇ ਬੀਟਿੰਗ ਦਾ ਰੀਟਰੀਟ ਸੈਰੇਮਨੀ ਦੇ ਲਈ ਹੁਣ ਹੋਵੇਗੀ ਆਨਲਾਈਨ ਬੁਕਿੰਗ 1 ਜਨਵਰੀ ਤੋਂ ਹੋਵੇਗੀ ਸ਼ੁਰੂਆਤ ਨਹੀਂ ਲੱਗੇਗੀ ਕੋਈ ਫੀਸ ਸਤਿ ਸ਼੍ਰੀ ਅਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋਤ ਸੰਧੂ ਤਾਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਦਿੱਲੀ ਤੋਂ ਦਿੱਲੀ ਐਮਸੀਡੀ ਚੋਣਾਂ ਦੇ ਅੱਜ ਨਤੀਜੇ ਆਉਣਗੇ 250 ਸੀਟਾਂ ਵਾਲੀ ਐਮਸੀਡੀ ਦਾ ਅੱਜ ਫੈਸਲਾ ਹੋਏਗਾ ਥੋੜੀ ਦੇਰ ਦੇ ਵਿੱਚ ਦੱਸਦੀ ਕਿ ਵੋਟਾਂ ਦੀ ਗਿਣਤੀ ਸ਼ੁਰੂ ਹੋ ਰਹੀ ਹੈ ਵੋਟਾਂ ਦੀ ਗਿਣਤੀ ਦੇ ਲਈ 42 ਸੈਂਟਰ ਪਾਰਲੀਮੈਂਟਰੀ 42 ਸੈਂਟਰ ਜਿਹੜੇ ਨੇ ਉਹ ਬਣਾਏ ਗਏ ਨੇ ਦੱਸਦੀ ਕਿ ਦਿੱਲੀ ਐਮਸੀਡੀ ਚੋਣਾਂ ਦੇ ਅੱਜ ਨਤੀਜੇ ਆਉਣਗੇ ਔਰ ਉਹ ਨਤੀਜੇ ਜਿਹੜੇ ਨੇ ਉਹ ਵੀ ਬਹੁਤ ਕੁਝ ਬਿਆਨ ਕਰਨਗੇ ਐਗਜ਼ਿਟ ਪੋਲ ਦੇ ਵਿੱਚ ਆਪ ਨੂੰ ਸਪਸ਼ਟ ਬਹੁਮਤ ਮਿਲਦਾ ਹੋਇਆ ਨਜ਼ਰ ਆਇਆ ਪੈਰਾਮਿਲਟਰੀ ਦੀਆਂ 20 ਕੰਪਨੀਆਂ ਤੈਨਾਤ ਕਰ ਦਿੱਤੀਆਂ ਗਈਆਂ ਨੇ 1349 ਉਮੀਦਵਾਰਾਂ ਦੀ ਕਿਸਮਤ ਹੈ ਜਿਨ੍ਹਾਂ ਦਾ ਅੱਜ ਫੈਸਲਾ ਹੋਵੇਗਾ ਐਗਜ਼ਿਟ ਪੋਲ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਿਆ ਹੈ ਤਾਂ ਸਿੱਧੇ ਤੌਰ ਤੇ ਜੇਕਰ ਖਾਸ ਤੌਰ ਤੇ ਐਗਜ਼ਿਟ ਪੋਲ ਦਾ ਜ਼ਿਕਰ ਕਰਦੇ ਆ ਤਾਂ ਬਹੁਮਤ ਮਿਲਦਾ ਹੋਇਆ ਜ਼ਰੂਰ ਨਜ਼ਰ ਆਇਆ ਪਰ ਨਤੀਜੇ ਹੁੰਦੇ ਨੇ ਬਹੁਤ ਵਾਰ ਵੇਖਿਆ ਜਾਂਦਾ ਹੈ ਕਿ ਐਗਜ਼ਿਟ ਪੋਲ ਜਿਹੜੇ ਨੇ ਉਹ ਸਹੀ ਨਹੀਂ ਵੀ ਹੁੰਦੇ ਔਰ ਸਹੀ ਵੀ ਹੋ ਜਾਂਦੇ ਨੇ ਤਾਂ ਉਸ ਤੇ ਨਹੀਂ ਜਾਇਆ ਜਾ ਸਕਦਾ ਤਾਂ ਹੁਣ ਦੇਖਣਾ ਹੋਏਗਾ ਕਿ ਜਦੋਂ ਕਾਊਂਟਿੰਗ ਹੋਣੀ ਸ਼ੁਰੂ ਹੋਏਗੀ ਯਾਨੀ ਕਿ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਏਗੀ ਤਾਂ ਪਟਾਰਾ ਕਿਸ ਦੇ ਹੱਕ ਦੇ ਵਿੱਚ ਖੁੱਲਦਾ ਹੈ ਤਾਂ ਕਿਸ ਦੀ ਕਿਸਮਤ ਜਿਹੜੀ ਹੈ ਹਾਂ ਪੱਖੀ ਹੁੰਗਾਰਾ ਭਰੇਗੀ ਅੱਜ ਔਰ ਕਿਸ ਦੀ ਨਾ ਪੱਖੀ ਹਾਲਾਂਕਿ ਹਾਰ ਜਿੱਤ ਬਣੀ ਹੁੰਦੀ ਹੈ ਲੀਡਰਸ ਜਿਹੜੇ ਨੇ ਜਾਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਦਾ ਇਹੀ ਕਹਿਣਾ ਹੁੰਦਾ ਪਰ ਹਰ ਇੱਕ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਾਉਂਦੀ ਹੈ ਤਾਂ ਇੱਕ ਵਾਰ ਤੁਹਾਨੂੰ ਐਮਸੀਡੀ ਰਿਜ਼ਲਟ ਦੀ ਇਹ ਸਕਰੀਨ ਦਿਖਾ ਰਹੇ ਹਾਂ ਪਰ ਇਸ ਦੇ ਵਿੱਚ ਤੁਹਾਨੂੰ ਅਜੇ ਸਾਰਾ ਕੁਝ 000 ਨਜ਼ਰ ਆ ਰਿਹਾ ਹੋਏਗਾ ਯਾਨੀ ਕਿ 000 ਹੈ ਥੋੜੀ ਦੇਰ ਦੇ ਵਿੱਚ ਕੁਝ ਹੀ ਮਿੰਟਾਂ 'ਚ ਅਸੀਂ ਕਹਿ ਸਕਦੇ ਹਾਂ ਕਿ ਕੁਝ ਰੁਝਾਨ ਆਣੇ ਸ਼ੁਰੂ ਹੋ ਜਾਣਗੇ ਯਾਨੀ ਕਿ ਕਿਸ ਤਰੀਕੇ ਦੇ ਨਾਲ ਇਹ ਵੋਟਾਂ ਦੀ ਗਿਣਤੀ ਕਿਹਦੇ ਹੱਕ ਦੇ ਵਿੱਚ ਜਾ ਰਹੀ ਹੈ ਇਹ ਥੋੜੀ ਦੇਰ 'ਚ ਸਪਸ਼ਟ ਹੋਣਾ ਸ਼ੁਰੂ ਹੋ ਜਾਏਗਾ ਪਰ ਦੱਸ ਦਈਏ ਕਿ ਦਿੱਲੀ ਤੇ 3 ਵਾਰ ਜਿਹੜਾ ਉਹ ਜੇਤੂ ਹੋਈ ਹੈ ਆਮ ਆਦਮੀ ਪਾਰਟੀ ਇੱਕ ਵਾਰ ਪਹਿਲਾਂ 49 ਦਿਨ ਦੀ ਸਰਕਾਰ ਰਹੀ ਸੀ ਅਰਵਿੰਦ ਕੇਜਰੀਵਾਲ ਹੀ 3 ਵਾਰ ਸੀਐਮ ਰਹੇ ਨੇ ਤਾਂ ਅਜੇ ਵੀ ਸੱਤਾਧਾਰੀ ਪਾਰਟੀ ਹੈ ਉਹ ਦਿੱਲੀ ਦੇ ਵਿੱਚ ਆਮ ਆਦਮੀ ਹੈ
ਤਾਂ ਆਖਿਰਕਾਰ ਕੀ ਕੁਝ ਇਸ ਵੇਲੇ ਦੀ ਤਸਵੀਰ ਹੈ। ਸਦਾ ਚੱਲਦੇ हैं दिल्ली तो पत्रकार सुशील पांडे ने साडे नाल लाइव मौजूद ने। सुशील, सबसे पहले क्या कुछ कहेंगे, क्या कुछ तस्वीरें दिखाएंगे और किस तरह दिल की धड़कनें सभी पार्टियों की तेज होंगी स्वाभाविक तौर पर, क्योंकि आज रिजल्ट है। जी देखिए, साफ तौर से आम आदमी पार्टी की एक बड़ी क्रांति आने वाली है, ये माना जा रहा है, क्योंकि जिस तरह एग्जिट पोल ने दिखाए हैं और उस एग्जिट पोल के बाद आम आदमी पार्टी में लगभग जश्न का माहौल है। मैं आपको दिखाऊं कि देखिए, एक आपको ये स्क्रीन मेरे पीछे दिख रही होगी, इस स्क्रीन को अभी खोल दिया जाएगा और यहीं पर तमाम जो रिजल्ट्स होंगे वो लगा दिए जाएंगे और वो रिजल्ट्स जो होंगे वो आएंगे। लेकिन आप देखिए कि पूरे पार्टी दफ्तर में गुब्बारे सजा दिए गए हैं और सबसे महत्वपूर्ण बात कि मैं अपने कैमरा पर्सन संजीव जी से कहूंगा कि एक होर्डिंग्स लगाया गया है आम आदमी पार्टी की तरफ से एग्जिट पोल के आधार पर, जिसमें साफ तौर से ये दिखाया गया है कि अच्छे होंगे 5 साल एमसीडी में भी केजरीवाल। चूंकि जिस तरह एग्जिट पोल के रुझान थे, उस रुझान के आधार पर आम आदमी पार्टी एमसीडी चुनाव में बहुत ज्यादा कॉन्फिडेंट है और उन्होंने ये मान लिया है कि अब जब भी ईवीएम खुलेगा तो आम आदमी पार्टी की जो झाड़ू है वही दिखेगी, क्योंकि साफ तौर से 15 साल के बाद एमसीडी में दोबारा आम आदमी पार्टी ने इस पूरे मामले में कहीं ना कहीं सेंध लगाई है। सबसे महत्वपूर्ण बात है कि आम आदमी पार्टी के लिए एक बड़ा मुद्दा रहा दिल्ली में साफ सफाई, कूड़े का पहाड़ और सबसे ज्यादा जो लोग थे जो सीलिंग से परेशान थे, उन तमाम लोगों को लेकर। हालांकि ये पूरी जो पार्टी है वो कहीं ना कहीं उन तमाम कार्यकर्ताओं की भी एक बड़ी जीत है, क्योंकि एमसीडी में लगातार एमसीडी के कार्यवाही पर, एमसीडी के कार्यशैली पर लगातार आम आदमी पार्टी सवाल उठाती रही और ये लड़ाई कहीं ना कहीं आम आदमी पार्टी ने फिलहाल दिल्ली की जनता को लेकर एक बड़ी जीत मानी है। हालांकि 8 बजे काउंटिंग शुरू हो जाएगी, उसके बाद ये माना जा रहा है कि किस प्रकार से पार्टी इस पूरे मामले को जश्न में तब्दील करेगी। लेकिन जिस तरह कार्यकर्ताओं की अगर बात करें तो यहाँ पर कार्यकर्ताओं की संख्या बहुत ज्यादा होने वाली है और इसीलिए तमाम तैयारियां कर ली गई हैं। सबसे महत्वपूर्ण बात मैं आपको दिखाऊं कि देखिए, ये फिलहाल तमाम जो कार्यालय के अंदर चीजें हैं वो फिलहाल यहाँ पर लगा दिया गया है। अंदर मीडिया के लिए एक बड़ा सेंटर बनाया गया है, उसके बाद अरविंद केजरीवाल के लिए एक बड़ा स्टैंड बनाया गया है, जहां पर जीत की जो घोषणा होगी उसके बाद अरविंद केजरीवाल यहां पर पहुंचेंगे और लोगों को फिलहाल संबोधित करेंगे, यानी कि मीडिया को संबोधित करेंगे। ये फिलहाल मीडिया का एक बड़ा स्टैंड है, आप ऊपर देख सकती हैं कि जहां पर एक स्टैंड बनाया गया है, जहां पर अरविंद केजरीवाल अपने तमाम नेताओं के साथ यहां पर आएंगे और जीत के बाद एक जश्न को लेकर मीडिया को संबोधित करेंगे। लेकिन सबसे महत्वपूर्ण बात की अभी फिलहाल एग्जिट पोल में जिस तरह आम आदमी पार्टी की बढ़त दिखाई गई है, उस बढ़त के बाद आम आदमी पार्टी दफ्तर में जश्न का माहौल है और जश्न का माहौल ही नहीं है बल्कि कार्यकर्ताओं में एक बड़ा जोश है। लोगों का जमावड़ा शुरू हो गया है, तमाम जो कार्यकर्ता हैं वो सुबह से पहुंचने लगे हैं। मीडिया की भी एक बड़े जमावड़े। सुशील, मैं आपको रोक रही हूँ। आम आदमी पार्टी के एक और बीजेपी एक ट्रेंड आने शुरू हो चुके हैं, यानी कि रुझान आने की शुरुआत हो चुकी है। तो रुझान ਤੁਹਾਨੂੰ ਦਿਖਾ ਰਹੇ ਹਾਂ, ਆਮ ਆਦਮੀ ਪਾਰਟੀ ਇੱਕ, ਬੀਜੇਪੀ ਇੱਕ। ਤਾਂ ਇੱਥੇ ਫਿਲਹਾਲ ਤਾਂ ਅਜੇ ਕੁਝ ਜ਼ਿਆਦਾ ਸਾਫ਼ ਨਹੀਂ ਹੋਏਗਾ, ਪਰ ਸ਼ੁਰੂਆਤ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਕੋਲ ਇੱਕ ਔਰ ਬੀਜੇਪੀ ਦੇ ਕੋਲ ਵੀ, ਯਾਨੀ ਕਿ ਇੱਥੇ ਮੁਕਾਬਲਾ ਜਿਹੜਾ ਨਜ਼ਰ ਆ ਰਿਹਾ। ਤਾਂ ਦੋ ਆਮ ਆਦਮੀ ਪਾਰਟੀ 2 ਸੀਟਾਂ ਤੇ ਆਮ ਆਦਮੀ ਪਾर्टी 2 रुझान ने हजे असं फिर तो जिक्र करांगे, पर यह शुरुआत है जिस तरीके सुशील भी दिखा रहे हैं कि जश्न पहला ही शुरू हो चुके हैं, नतीजे अजे आने बाकी ने, यानी कि इतना ज्यादा कॉन्फिडेंस है। तो 2 आम आदमी पार्टी बीजेपी 2 या असं रुझाना की गल करिए तो बहुत शुरुआत दे विच दिलचस्प है, या कह लीए कि मुकाबला भी सानू इन्हां नतीजों के दौरान देखने को मिल सकता है, वो भी कड़ा। सुशील, क्या कुछ कहेंगे, कुछ शब्दों में जानकारी दीजिए, क्योंकि अभी रुझान की शुरुआत हुई है, 2-2 हैं दोनों, बीजेपी और आप। जी देखिए, साफ तौर से रुझान की शुरुआत हो गई है, क्योंकि साफ तौर से 8 बज गया है और 8 बजे ही कहीं ना कहीं जो तमाम पोलिंग सेंटर्स हैं या जो फिलहाल सेंटर्स हैं उनको खोल दिया गया था, वोटों की गिनती शुरू हो गई थी। लेकिन जिस तरह रुझान आने की शुरुआत हुई है, ऐसे में माना जा रहा है कि आम आदमी पार्टी और बीजेपी दोनों फिलहाल अभी बढ़त बनाए हुए हैं। लेकिन ये बढ़त अभी जब फिलहाल ईवीएम खुलेगा तो कितना लंबा और खींचा जाएगा, ये देखने की बात होगी। लेकिन आम आदमी पार्टी
तमाम रुझानों को देखते हुए, एग्जिट पोल को देखते हुए ये मान चुकी है कि एमसीडी में उन्होंने बीजेपी के किले को भेद दिया है, यानी कि अब एमसीडी में बीजेपी फिलहाल नहीं रहेगी, आम आदमी पार्टी का कब्जा होने वाला है। और इसी के लिए ये जश्न है, ये कॉन्फिडेंस है। देखना बात यही है कि आधिकारिक जब घोषणा की जाएगी, तमाम चुनाव आयोग इसकी घोषणा करेगा कि किस तरह आम आदमी पार्टी की 250 सीटों में कितनी सीटें फिलहाल आम आदमी पार्टी लेकर आ रही है। लेकिन बावजूद इसके आम आदमी पार्टी की तरफ से एक बड़ी तैयारी फिलहाल पार्टी दफ्तर में है। ये माना जा रहा है कि कार्यकर्ताओं का यहाँ पर हुजूम लगना शुरू हो गया है और ये माना जा रहा है कि 10 और 11 बजे के आसपास यहाँ पर हजारों की संख्या में कार्यकर्ता जुटने वाले हैं। जी ठीक है सुशील, रुझान और अपडेट हो रहे हैं। बीजेपी 3 है, यानी कि 3 से आगे चल रही है और आम आदमी पार्टी 2 है, लेकिन आप कह रहे हैं कि जीत लगभग निश्चित है, इसीलिए जश्न है, इसीलिए पहले ही तैयारियां है। तो जरूर देखना होगा। सुशील, बहुत बहुत शुक्रिया तमाम जानकारी के लिए, धन्यवाद। ਤਾਂ ਇਹ ਐਮਸੀਡੀ ਰਿਜ਼ਲਟ ਜਿਹੜੇ ਤੁਹਾਨੂੰ ਦਿਖਾ ਰਹੇ ਆ 5 ਸੀਟਾਂ ਨੂੰ ਲੈ ਕੇ ਫਿਲਹਾਲ ਰੁਝਾਨ ਆਏ ਨੇ। 2 ਸੀਟਾਂ ਤੇ ਆਮ ਆਦਮੀ ਪਾਰਟੀ, 3 ਤੇ ਬੀਜੇਪੀ ਹੈ, ਯਾਨੀ ਕਿ ਬੀਜੇਪੀ ਇੱਥੇ ਕੜਾ ਮੁਕਾਬਲਾ ਦਿੰਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਨਤੀਜੇ ਹੀ ਦੱਸਣਗੇ ਕਿਸ ਦਾ ਪਲੜਾ ਭਾਰੀ ਹੋਏਗਾ। ਤਾਂ ਗ੍ਰਾਫਿਕ ਦੇ ਜ਼ਰੀਏ ਤੁਹਾਨੂੰ ਦਿਖਾ ਰਹੇ ਹਾਂ ਕਿ ਆਖਰਕਾਰ ਇਸ ਵੇਲੇ ਦੇ ਕੀ ਨਤੀਜੇ ਜਿਹੜੇ ਨੇ ਲਗਭਗ ਨਜ਼ਰ ਆ ਰਹੇ ਨੇ। ਰੁਝਾਨ ਹੈ, ਹਜੇ ਸ਼ੁਰੂਆਤ ਹੈ, ਅਜੇ ਸਿਰਫ 12 ਮਿੰਟ ਹੀ ਹੋਏ ਨੇ ਜਦੋਂ ਕਾਊਂਟਿੰਗ ਜਾਂ ਕਹਿ ਲਈਏ ਕਿ ਰੁਝਾਨ ਆਉਣੇ ਸ਼ੁਰੂ ਹੋਏ ਨੇ, ਕਿਉਂਕਿ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਸੀ ਤਾਂ ਸ਼ੁਰੂ ਹੋ ਚੁੱਕੀ ਹੈ। ਇਸ ਤੇ ਲਗਭਗ ਨਜ਼ਰ ਬਣੀ ਰਹੇਗੀ ਸਾਡੀ ਕਿ ਕਿਸ ਤਰੀਕੇ ਦੇ ਨਾਲ ਨਤੀਜੇ ਜਿਹੜੇ ਨੇ ਦਿੱਲੀ ਐਮਸੀਡੀ ਚੋਣਾਂ ਦੇ ਆ ਰਹੇ ਨੇ, ਕਿਉਂਕਿ ਉੱਥੇ ਲੋਕਾਂ ਦੇ ਵਿੱਚ ਇਸ ਵੇਲੇ ਕੀ ਹੈ, ਆਮ ਆਦਮੀ ਪਾਰਟੀ ਨੂੰ ਲੈ ਕੇ ਕਿਸ ਤਰੀਕੇ ਦਾ ਪ੍ਰਭਾਵ ਹੈ। ਬੇਸ਼ੱਕ ਉਹ ਲੰਬੇ ਸਮੇਂ ਤੋਂ ਸੱਤਾ ਤੇ ਵੀ ਕਾਬਜ਼ ਹੈ, ਪਰ ਆਖਰਕਾਰ ਹਾਲ ਹੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਬੀਜੇਪੀ ਦਾਅਵੇ ਕਰ ਰਹੀ ਸੀ ਜਾਂ ਫਿਰ ਹੋਰ ਪਾਰਟੀਆਂ ਦੇ ਵੀ ਦਾਅਵੇ ਨੇ ਔਰ ਆਮ ਆਦਮੀ ਪਾਰਟੀ ਦਾ ਵੀ ਆਪਣਾ ਦਾਅਵਾ ਹੈ, ਤਾਂ ਲੋਕਾਂ ਦੇ ਦਿਲਾਂ ਦੇ ਵਿੱਚ ਕੀ ਹੈ ਉਹ ਲਗਭਗ ਸਾਫ਼ ਹੋ ਜਾਏਗਾ। ਅੱਗੇ ਵਧਦੇ ਇਸ ਤੋਂ ਬਾਅਦ ਤਾਂ ਖਾਲਿਸਤਾਨੀ ਝੰਡਿਆਂ ਤੇ ਭਾਰਤ ਨੇ ਵਿਰੋਧ ਜਤਾਇਆ। ਆਸਟ੍ਰੇਲੀਆ ਸਰਕਾਰ ਦੇ ਕੋਲ ਚਿੰਤਾ ਜ਼ਾਹਿਰ ਕੀਤੀ ਹੈ। 19 ਨਵੰਬਰ ਨੂੰ ਮੈਲਬਰਨ ਦੇ ਵਿੱਚ ਦੱਸਦੀ ਕਿ ਖਾਲਿਸਤਾਨੀ ਝੰਡੇ ਲਹਿਰਾਏ ਗਏ ਸੀ। ਖਾਲਿਸਤਾਨ ਦੀ ਮੰਗ ਅੱਤਵਾਦ ਦੇ ਨਾਲ ਜੁੜੀ ਹੈ, ਇਹ ਭਾਰਤ ਦਾ ਕਹਿਣਾ ਹੈ। ਇਸ ਮੁੱਦੇ ਨੂੰ ਲੈ ਕੇ ਕਾਫੀ ਹਿੰਸਾ ਵੀ ਹੋਈ ਹੈ। ਭਾਰਤ ਨੇ ਇਹ ਵੀ ਕਿਹਾ ਹੈ ਆਸਟ੍ਰੇਲੀਆ ਨੂੰ। ਪੀਐਮ ਮੋਦੀ ਨੇ ਫਰਵਰੀ ਦੇ ਵਿੱਚ ਦੱਸ ਦਈਏ ਕਿ ਆਸਟ੍ਰੇਲੀਆ ਜਾਣਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੇਲੀਆ ਦੇ ਵਿੱਚ ਕੁਆਡ ਆਗੂਆਂ ਦੀ ਮੀਟਿੰਗ ਦੇ ਵਿੱਚ ਹਿੱਸਾ ਲੈਣਾ ਹੈ, ਪਰ ਉਸ ਤੋਂ ਪਹਿਲਾਂ ਇਹ ਚਿੰਤਾ ਜ਼ਾਹਿਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ ਦੀ ਧਰਤੀ ਤੇ ਭਾਵੇਂ ਉਹ ਕੈਨੇਡਾ ਹੋਵੇ, ਭਾਵੇਂ ਉਹ ਯੂਕੇ ਹੋਵੇ, ਭਾਵੇਂ ਉਹ ਆਸਟ੍ਰੇਲੀਆ ਹੋਵੇ, ਇਹਨਾਂ ਵੱਖ-ਵੱਖ ਕੰਟਰੀਜ਼ ਦੇ ਵਿੱਚ ਸਾਨੂੰ ਖਾਲਿਸਤਾਨ ਦੇ ਝੰਡੇ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਅਕਸਰ। ਔਰ ਕੋਈ ਵੀ ਵੱਖ-ਵੱਖ ਵੀਡੀਓਜ਼ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਮਾਰਚ ਰੂਪੀ ਕੱਢਿਆ ਜਾਂਦਾ ਹੈ, ਜਾਂ ਫਿਰ ਜਦੋਂ ਕਈ ਵਾਰ ਕੋਈ ਵਿਵਾਦ ਹੁੰਦਾ ਤਾਂ ਉਸ ਦੇ ਵਿੱਚ ਵੀ ਸ਼ਰੇਆਮ ਝੰਡੇ ਲਹਿਰਾ ਦਿੱਤੇ ਜਾਂਦੇ ਨੇ। ਤਾਂ ਹੁਣ ਇਹ ਚਿੰਤਾ ਜ਼ਾहिर की है। नीरज ने साढ़े नाल फोन लाइन पे ज्यादा जानकारी ली। नीरज, क्या कुछ आपके पास जानकारी है अगर भारत के विरोध की बात की जाए तो? ਆਸਟ੍ਰੇਲੀਆ ਸਰਕਾਰ ਦੇ ਕੋਲ ਚਿੰਤਾ ਜ਼ਾਹਿਰ ਕੀਤੀ ਹੈ ਭਾਰਤ ਨੇ। ਨੀਰਜ ਹੋਰਾਂ ਦੇ ਨਾਲ ਵੀ ਜੁੜਦੇ ਹਾਂ ਔਰ ਅਪਡੇਟ ਉਹਨਾਂ ਤੋਂ ਲੈਂਦੇ ਹਾਂ ਕਿ ਆਖਰਕਾਰ ਇਹ ਸਾਰਾ ਮਸਲਾ ਜਾਂ ਕਹਿ ਲਈਏ ਕਿ ਚਿੰਤਾ ਕੀ ਹੈ। ਹਾਲਾਂਕਿ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਖਾਲਿਸਤਾਨ ਨੂੰ ਉਹ ਸਿੱਧੇ ਤੌਰ ਤੇ ਅੱਤਵਾਦ ਦੇ ਨਾਲ ਜੋੜ ਕੇ ਵੇਖ ਰਹੇ ਨੇ। ਉਹਨਾਂ ਦਾ ਕਹਿਣਾ ਕਿ ਜੇਕਰ ਅਸੀਂ ਖਾਲਿਸਤਾਨ ਕਹਿੰਦੇ ਹਾਂ ਤਾਂ ਫਿਰ ਦੂਜੇ ਪਾਸੇ ਅੱਤਵਾਦ ਵੀ ਬਰਾਬਰ ਚੱਲਦਾ ਹੈ, ਕਿਉਂਕਿ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਗੈਰ ਕਾਨੂੰਨੀ ਗਤੀਵਿਧੀਆਂ ਹੁੰਦੀਆਂ ਨੇ। ਤਾਂ ਇਸ ਤਰੀਕੇ ਦੇ ਨਾਲ ਇਹ ਚਿੰਤਾ ਜ਼ਾਹਿਰ। ਉਧਰ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਤੇ ਤਾਲਾ ਜੜ ਦਿੱਤਾ ਗਿਆ। ਲਾਹੌਰ ਦੇ ਵਿੱਚ ਗੁਰਦੁਆਰਾ ਸ਼ਹੀਦਗੰਜ ਨੂੰ ਤਾਲਾ ਜੜਿਆ ਗਿਆ। ਦੱਸਦੀ ਕਿ ਕੱਟੜਪੰਥੀਆਂ ਨੇ ਇਹ ਤਾਲਾ ਜੜਿਆ। ਕੱਟੜਪੰਥੀਆਂ ਦੇ ਵੱਲੋਂ ਮਸਜਿਦ ਦੀ ਜ਼ਮੀਨ ਹੋਣ ਦਾ ਦਾਅਵਾ ਕੀਤਾ ਗਿਆ ਹੈ। ਤਾਂ ਉਹਨਾਂ ਦਾ ਕਹਿਣਾ ਹੈ ਸਿੱਖ ਭਾਈਚਾਰੇ ਦੇ ਵਿੱਚ ਦੱਸਦੀ ਕਿ ਇਸ ਤੋਂ ਬਾਅਦ ਰੋਸ ਹੈ ਔਰ ਅਕਾਲੀ ਦਲ ਨੇ ਭਾਰਤ ਸਰਕਾਰ ਤੋਂ ਦਖਲ ਦੇਣ ਦੀ ਮੰਗ ਕੀਤੀ ਹੈ। ਲਾਹੌਰ ਦਾ ਗੁਰਦੁਆਰਾ ਸ਼ਹੀਦਗੰਜ ਭਾਈ ਤਾਰੂ ਸਿੰਘ ਸਿੱਖ ਭਾਈਚਾਰੇ ਦੇ ਲਈ ਆਸਥਾ ਵਾਲਾ ਹੈ। ਇੱਥੇ ਭਾਈ ਤਾਰੂ ਸਿੰਘ ਜੀ 1775 ਦੇ ਵਿੱਚ ਸ਼ਹੀਦ ਹੋਏ ਸਨ। ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਔਰ ਲਗਾਤਾਰ ਇਤਿਹਾਸ ਦੇ ਵਿੱਚ ਉਹਨਾਂ ਦਾ ਬਾਰ-ਬਾਰ ਜ਼ਿਕਰ ਹੁੰਦਾ ਜੇਕਰ ਅਸੀਂ ਭਾਈ ਤਾਰੂ ਸਿੰਘ ਦਾ ਜ਼ਿਕਰ ਕਰਦੇ ਹਾਂ। ਪਰ ਇੱਥੇ ਮਸਲਾ ਕੁਝ ਹੋਰ ਹੈ। ਮਸਲਾ ਇੱਥੇ ਵੱਖਰਾ ਹੈ ਕਿਉਂਕਿ ਗੁਰਦੁਆਰੇ ਨੂੰ ਤਾਲਾ ਜੜ ਦਿੱਤਾ ਗਿਆ। ਪਾਕਿਸਤਾਨ ਦੇ ਵਿੱਚ
शहीदगंज गुरुद्वारा है और कट्टरपंथी ने सुताला जड़े और उन्होंने ये कहना है कि मस्जिद की जमीन है, यानी कि ये एक बड़े पद्धर ते मसला जिहड़ा उभर के नजर आया है, खास तौर पर धर्म नूं लैके जिस तरीके दे नाल मसले होए ने या विवाद होए ने उस दे नाल जुड़िया एक मसला जिहड़ा है वो नजर आ रहा है। तां ट्वीट किया गया डॉक्टर दलजीत चीमा दे वल्लों। सीनियर अकाली आगू ने लिखते हैं, श्रोमणी अकाली दल लाहौर के गुरुद्वारा शहीदगंज भाई तारू सिंह नूं ताले लाउण दी कट्टां दी सख्त निखेधी करदा है। इसने दुनिया भर के सिखां दी भावनावां नूं डूंघी ठेस पहुंचाई है। अकाली दल ने भारत सरकार नूं यह मामला पाकिस्तान की सरकार दे कोल उठाउण अते सिख गुरुद्वारे का कंट्रोल सिख संगतां दे हवाले करन नूं यकीनी बनाउण दी अपील की है। तां अपील की गई है श्रोमणी अकाली दल दे वल्लों। उधर मानसा पुलिस ने बब्बू मान नूं सम्मन भेजे ने। तां यह वड्डी खबर है, अहम खबर है। मनकीरत औलख अते दिलप्रीत ढिल्लों नूं भी सम्मन किया गया। मूसेवाला कतल केस दे विच सवाल जवाब किए जाएंगे। प्रोड्यूसर निशांत सिंह अते अजयपाल मिड्डू खेड़ा नूं भी सम्मन किया गया। सारिआं नूं इसे हफ्ते पेश होण दे लई कहा गया है। तो दस दईए कि लगातार सिद्धू मूसेवाला दे पिता बलकौर सिंह जिक्र करते हैं कि इंडस्ट्री दे नाल जुड़े हुए भी लोग इन्वॉल्व हो सकते हैं। हालांकि इस नूं जेकर ये मसले नूं देखिए तो सम्मन जेकर किया गया असीं ये नहीं कहांगे कि वो किसी किस्म दे नाल इस दे विच नामजद ने या फिर इल्जाम होणगे, पर इन्ना जरूर है कि मंग लगातार उठ रही सी। ਤਾਂ 5 ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਪਹਿਲੀ ਤਸਵੀਰ ਹੈ ਬੱਬੂ ਮਾਨ ਦੀ, ਦੂਜੀ ਮਨਕੀਰਤ ਔਲਖ ਦੀ ਔਰ ਤੀਜੀ ਤਸਵੀਰ ਹੈ ਦਿਲਪ੍ਰੀਤ ਢਿੱਲੋਂ और चौथी निशांत सिंह प्रोड्यूसर ने और दूजे पासे अजयपाल मिड्डू खेड़ा ने, विक्की मिड्डू खेड़ा दा भरा है। तो ये 5 तस्वीरां मनोज राठी ने फोन आए थे। मनोज की कुछ है पूरी जानकारी? देखो गुरजोत, कल असं जी खबर दिखाई थी सूत्रों को, लेकिन हुण कन्फर्म करती है पुलिस ने भी जी खबर मोहर लगी है। तो सिद्धू मूसेवाला मर्डर नूं लैके जी पुछगिछ होनी है, ये इन्हों सम्मन किया गया है, जिहदे विच बब्बू मान का तुसीं जिक्र कर रहे हो, मनकीरत औलख का तुसीं गल कर रहे हो, दिलप्रीत ढिल्लों की असीं गल कर ली, निशांत सिंह जिहड़ा फिल्म प्रोड्यूसर है उसकी गल कर रहे हो। क्योंकि कल भी असीं जिहड़ा जिक्र किया सीगा कि एक लिस्ट जिहड़ी है वो तैयार की गई है सीनियर अफसर जिहड़े सीनियर ऑफिसर्स ने उन्हां दे ऑर्डर्स तो बाद, क्योंकि लगातार क्योंकि उन्होंने फादर साहब सिद्धू मूसेवाले के फादर साहब बलकौर सिंह भी ये इल्जाम लाते आए हैं पंजाब सरकार ते पंजाब पुलिस से कि जिहड़े बड़े मगरमच्छ ने या फिर जिस तरह के इल्जाम उन्होंने लाए इनडायरैक्ट जिहड़ा उन्होंने किया है उन्होंने लैके हुण जिहड़े सीनियर अफसरां ने एक जिहड़ी स्पैशल इन्वेस्टिगेशन टीम है, ये जिहड़े नामी सिंगर है इन्हों सम्मन किया गया है। दस दिए कि इसी हफ्ते जो है इन्हों बुलाया गया है, जी जानकारी हुण तक मिल रही है, सानू जी जानकारी दी गई है सीनियर अफसर वालों, इसी हफ्ते इन्हों बुलाया गया है तो पुछगिछ होएगी रिगार्डिंग सिद्धू मूसेवाले दे मर्डर नूं लैके कि उहदे नाल किस तरह के संबंध सीगे, किस तरह लास्ट गल हुई, किस तरह दी, क्योंकि कई जिहड़ी तलखियां है वो जरूर वेखी गई है सिद्धू मूसेवाला ते जिहड़े बब्बू मान दी असीं गल कर ली, हालांकि आमने सामने नहीं, लेकिन जिहड़ा एवरी पोस्ट या फिर सॉन्ग के थ्रू उन्हां दी तलखियां जरूर आपस च जिहड़ा हैगा वो जरूर वेखण नूं मिलिया है। ते मनकीरत औलख की असीं गल कर लीए, मनकीरत औलख ते पहले भी इल्जाम जिहड़े हैगे जद सिद्धू मूसेवाले दा मर्डर होया सी उस तो बाद सिद्धू मनकीरत औलख ते भी इल्जाम लए सी, उस वेले भी पुलिस ने जिहड़ा है इन्वेस्टिगेशन की थी, लेकिन उस वेले किसी तरह का कोई गलबात सामने नहीं निकल के आई थी। खुद मनकीरत औलख वीडियो अपने आके फेसबुक पे आके लाइव हो गए, इंस्टा पे भी उन्होंने कहा सीगा कि मैं किसी तरह का ये इन्वॉल्वमेंट नहीं है, मैंने पुलिस ने भी पुछगिछ हुई है, मैं बिल्कुल साफ हाँ, ये भी गल हुई थी उस वेले भी किसी तरह की कोई जी हैगी उस वेले भी क्लीन चिट जी है मनकीरत औलख नूं जरूर दी गई थी। लेकिन इस बार जी असीं गल करिए थोड़ा आप बैकग्राउंड से जाइए, दिलप्रीत ढिल्लों की असीं गल करिए, मनकीरत औलख की असीं गल करिए, इन्हों पहला NIA वालों भी जी हैगी पुछगिछ की जा चुकी है, थोड़ा जिहा असीं जिक्र करिए क्योंकि इस तो पहला अफसाना जिहड़े हैगी उत्थे उधर कोलों भी जी हैगी पुछगिछ हुई है, लेकिन हुण मानसा पुलिस की स्पैशल इन्वेस्टिगेशन टीम है उन्होंने ये संबंध देके इन्हों बुलाया है। ठीक है, धन्यवाद है मनोज तमाम जानकारी के लिए, शुक्रिया।
ਅੱਗੇ ਵਧਾਂਗੇ। ਉਧਰ ਡਰੰਕਨ ਡਰਾਈਵਿੰਗ ਦੇ ਖਿਲਾਫ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਗਏ ਨੇ। ਪੰਜਾਬ ਸਰਕਾਰ ਨੇ ਡੀਜੀਪੀ ਨੂੰ ਹੁਕਮ ਦਿੱਤੇ ਨੇ। ਮੈਰਿਜ ਪੈਲਸਾਂ ਦੇ ਬਾਹਰ ਵੀ ਚੈਕਿੰਗ ਹੋਏਗੀ। ਬ੍ਰੈਥ ਐਨਾਲਾਈਜ਼ਰ ਦੇ ਜ਼ਰੀਏ ਚੈੱਕ ਕੀਤਾ ਜਾਏਗਾ। ਵਿਆਹਾਂ ਦੇ ਸੀਜ਼ਨ ਦੇ ਵਿੱਚ ਦੱਸੀ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਕਰਕੇ ਐਕਸੀਡੈਂਟਸ ਹੁੰਦੇ ਨੇ, ਹਾਦਸੇ ਹੁੰਦੇ ਨੇ, ਜਿਸ ਨੂੰ ਲੈ ਕੇ ਹੁਕਮ ਜਾਰੀ ਹੋਏ ਨੇ। ਹਰ ਹਫ਼ਤੇ ਸਰਕਾਰ ਨੂੰ ਪੁਲਿਸ ਜੋ ਹੈ ਰਿਪੋਰਟ ਭੇਜੇਗੀ। ਦੱਸਦੀ ਕਿ ਵਿਆਹਾਂ ਦੇ ਵਿੱਚ ਅਕਸਰ ਜੋ ਹੈ ਸ਼ਰਾਬ ਪਰੋਸੀ ਜਾਂਦੀ ਹੈ ਮਹਿਮਾਨਾਂ ਨੂੰ, ਤਾਂ ਉਸ ਤੋਂ ਬਾਅਦ ਕਈ ਵਾਰ ਵੇਖਿਆ ਜਾਂਦਾ ਕਿ ਇਸ ਤਰੀਕੇ ਦੇ ਨਾਲ ਜਿਹੜੇ ਹਾਦਸੇ ਨੇ ਉਹ ਵਾਪਰਦੇ ਨੇ। ਤਾਂ ਹੁਣ ਵਿਆਹਾਂ ਦੇ ਬਾਹਰ ਯਾਨੀ ਕਿ ਮੈਰਿਜ ਪੈਲਸਾਂ ਦੇ ਬਾਹਰ ਜਿਹੜੀ ਚੈਕਿੰਗ ਹੈ ਉਹ ਹੋਇਆ ਕਰੇਗੀ। ਜੇਕਰ ਤੁਸੀਂ ਵੀ ਵਿਆਹ ਤੇ ਜਾ ਰਹੇ ਹੋ ਤਾਂ ਇਹ ਜ਼ਰੂਰ ਖਬਰ ਜਿਹੜੀ ਹੈ ਉਹ ਸੁਣ ਕੇ ਜਾਇਓ, ਕਿਉਂਕਿ ਕਿਸੇ ਵੀ ਤਰ੍ਹਾਂ ਦੇ ਨਾਲ ਉਹ ਕਾਰਵਾਈ ਮੌਕੇ ਤੇ ਹੋ ਸਕਦੀ ਹੈ ਜੇਕਰ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਸੋਚਿਆ ਜਾ ਰਿਹਾ ਹੈ। ਅਮਨ ਭਾਰਦਵਾਜ ਨੇ ਫੋਨ ਲਾਈਨ ਤੇ। ਅਮਨ, ਪੂਰੀ ਜਾਣਕਾਰੀ ਕੀ ਹੈ ਕਿ ਸਾਨੂੰ ਹੁਣ ਪੰਜਾਬ 'ਚ ਹਰ ਮੈਰਿਜ ਪੈਲੇਸ ਦੇ ਬਾਹਰ ਪੁਲਿਸ ਟੀਮ ਖੜੀ ਨਜ਼ਰ ਆਏਗੀ ਔਰ ਚੈਕਿੰਗ ਬਾਕਾਇਦਾ ਕੀਤੀ ਜਾਵੇਗੀ? ਬਿਲਕੁਲ ਗੁਰਜੋਤ, ਜੋ ਹੁਕਮ ਜਾਰੀ ਹੋਏ ਨੇ ਹੋਮ ਡਿਪਾਰਟਮੈਂਟ ਪੰਜਾਬ ਵੱਲੋਂ ਡੀਜੀਪੀ ਨੂੰ ਇਹ ਆਦੇਸ਼ ਨੇ ਕਿ ਇੱਕ ਮੁਹਿੰਮ ਚਲਾਈ ਜਾਵੇ। ਖਾਸ ਕਰਕੇ ਇਸ ਦੇ ਅੰਦਰ ਇੱਕ ਕ੍ਰੋਸ ਚੈੱਕ ਵੀ ਰੱਖਿਆ ਜਾਏ ਔਰ ਖਾਸ ਕਰਕੇ ਅਵੇਅਰ ਵੀ ਕੀਤਾ ਜਾਏ ਲੋਕਾਂ ਨੂੰ ਕਿ ਪੁਲਿਸ ਦੇ ਜੇਕਰ ਮੌਜੂਦ ਰਹੇਗੀ ਤਾਂ ਕੇਸਿਸ ਜਿਹੜੇ ਨੇ ਉਹਨਾਂ 'ਚ ਘਾਟਾ ਆਏਗਾ। ਔਰ ਇਹ ਹਰ ਸੋਮਵਾਰ ਇਸ ਦਾ ਇੱਕ ਪਰਫਾਰਮਾ ਨਾਲ ਲਗਾ ਕੇ ਰਿਪੋਰਟ ਵੀ ਜਿਹੜੀ ਹੈ ਹਰ ਸੋਮਵਾਰ ਹਰ ਹਫ਼ਤੇ ਸਰਕਾਰ ਨੂੰ ਵੀ ਭੇਜੀ ਜਾਵੇਗੀ। ਕਿੰਨੀ ਚੈਕਿੰਗ ਹੋਈ, ਕਿੱਥੇ ਕਿੱਥੇ ਕਿਹੜੇ ਕਿਹੜੇ ਪੈਲੇਸ ਦੇ ਬਾਹਰ ਚੈਕਿੰਗ ਹੋਈ, ਉਸ ਤੋਂ ਇੱਕ ਡੇਟਾ ਜਿਹੜਾ ਹੈ ਉਹ ਸਰਕਾਰ ਕੋਲ ਜ਼ਰੂਰ ਆਏਗਾ। ਉਸ ਦੇ ਨਾਲ ਕਿਆ ਉੱਥੇ ਐਕਸ਼ਨ ਫਿਰ ਅੱਗੇ ਫਰਦਰ ਕਰਨਾ ਹੈ ਇਹ ਫਿਰ ਬਾਅਦ ਵਿੱਚ ਸਰਕਾਰ ਤੈਅ ਕਰੇਗੀ। ਲੇਕਿਨ ਹੁਣ ਮੁੱਖ ਤੌਰ ਤੇ 4 ਆਦੇਸ਼ ਜਿਹੜੇ ਨੇ ਉਹ ਡੀਜੀਪੀ ਨੂੰ ਦਿੱਤੇ ਗਏ ਨੇ ਕਿ ਮੈਰਿਜ ਪੈਲੇਸਾਂ ਦੇ ਬਾਹਰ ਬ੍ਰੈਥ ਐਨਾਲਾਈਜ਼ਰ ਲਾ ਕੇ ਚੈੱਕ ਕੀਤਾ ਜਾਵੇ ਕਿ ਕਿੰਨੇ ਕੇਸਿਸ ਨੇ ਡਰੰਕ ਐਂਡ ਡਰਾਈਵ ਦੇ, ਰੋਕਿਆ ਜਾਵੇ। ਇਹ ਮੁਹਿੰਮ ਜਿਹੜੀ ਹੈ ਇਹ ਚਲਾਈ ਜਾਵੇ। ਕੋਈ ਸਖਤ ਕਾਰਵਾਈ ਦੇ ਆਦੇਸ਼ ਜਿਹੜੇ ਨੇ ਉਹ ਫਿਲਹਾਲ ਇਸ ਨਹੀਂ ਹੈ ਮੈਂਸ਼ਨ, ਪਰ ਇੰਨਾ ਜ਼ਰੂਰ ਹੈ ਕਿ ਮੁਹਿੰਮ ਚਲਾਉਣ ਬਾਰੇ, ਪਬਲਿਕ ਨੂੰ ਜਾਗਰੂਕ ਕਰਨ ਬਾਰੇ ਕਿ ਕੋਈ ਸ਼ਰਾਬ ਪੀ ਕੇ ਗੱਡੀ ਨਾ ਚਲਾਵੇ, ਕੋਈ ਐਕਸੀਡੈਂਟ ਨਾ ਹੋਵੇ। ਹਰ ਕਿਸੇ ਦੀ ਜਾਨ ਕੀਮਤੀ ਹੈ। ਇਸ ਬਾਬਤ ਆਦੇਸ਼ ਜਿਹੜੇ ਨੇ ਉਹ ਕੀਤੇ ਗਏ ਨੇ ਔਰ ਜਦੋਂ ਇਸ ਦੀ ਰਿਪੋਰਟ ਹੋਏਗੀ ਕੁਝ ਸਮੇਂ ਬਾਅਦ, ਹਫ਼ਤੇ 2 ਹਫ਼ਤੇ ਬਾਅਦ, ਤਾਂ ਡੇਟੇ ਦੇ ਹਿਸਾਬ ਤੇ ਕਾਰਵਾਈ ਜਿਹੜੀ ਹੈ ਉਹ ਵੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ ਲੋਕਾਂ ਦੀ ਜਾਨ ਬਚਾਉਣਾ ਸਰਕਾਰ ਆਪਣੀ ਇਸ ਤੇ ਪ੍ਰਾਇੋਰਟੀ ਦੱਸਦੀ ਹੈ, ਲੇਕਿਨ ਇੰਨਾ ਜ਼ਰੂਰ ਹੈ ਕਿ ਹਰ ਮੈਰਿਜ ਪੈਲੇਸ ਦੇ ਬਾਹਰ ਜੇ ਕੋਈ ਹੁਣ ਨਿਕਲੇਗਾ ਤਾਂ ਪੁਲਿਸ ਮੌਜੂਦ ਜ਼ਰੂਰ ਰਹੇਗੀ। ਠੀਕ ਹੈ, ਧੰਨਵਾਦ ਹੈ ਅਮਨ ਤਮਾਮ ਜਾਣਕਾਰੀ ਦੇ ਲਈ, ਸ਼ੁਕਰੀਆ। ਤਾਂ ਹੁਣ ਜ਼ਰਾ ਗੌਰ ਫਰਮਾ ਕੇ ਵਿਆਹ ਸਮਾਗਮਾਂ ਦੇ ਵਿੱਚ ਵੀ ਤੁਹਾਡੇ ਤੇ ਜੁਰਮਾਨਾ ਜਾਂ ਕੋਈ ਕਾਰਵਾਈ ਹੋ ਸਕਦੀ ਹੈ ਜੇਕਰ ਤੁਸੀਂ ਸ਼ਰਾਬ ਪੀ ਕੇ ਮੈਰਿਜ ਪੈਲੇਸ ਤੋਂ ਬਾਹਰ ਨਿਕਲ ਰਹੇ ਹੋ।